एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। वाहिगुरू जी का खालसा वाहिगुरू जी की फतेह। रचना है सरदार कुलबीर सिंह जी कौड़ा ते सिख भी निकलिया गया। भाग दूजा। मेरी पत्नी ने कहा भी जी चौल ਤਾਂ ਪੁਰਾਣੇ ਬਾਸਮਤੀ ਦੇ ਹਨ ਤੇ ਜਦੋਂ ਪੱਕ ਕੇ ਤਿਆਰ ਹੋ ਜਾਂਦੇ ਹਨ ਤਾਂ ਬਾਸਮਤੀ ਦੇ ਚੌਲਾਂ ਦੀ ਖੂਬੀ ਇਹ ਹੁੰਦੀ ਹੈ ਕਿ ਉਹ ਉਦੋਂ ਵੀ ਆਕਾਰ ਵਿੱਚ ਵੱਧਦੇ ਰਹਿੰਦੇ ਹਨ ਤੇ ਜਿਵੇਂ ਜਿਵੇਂ ਠੰਡੇ ਹੁੰਦੇ ਜਾਂਦੇ ਹਨ ਤਿਵੇਂ ਤਿਵੇਂ ਥੋੜੇ ਆਕਾਰ ਵਿੱਚ ਘੱਟ ਹੁੰਦੇ ਜਾਂਦੇ ਹਨ, ਇਸ ਲਈ ਜੁੜਦੇ ਨਹੀਂ। ਇਹ ਖੂਬੀ ਸਿਰਫ ਚੰਗੀ ਨਸਲ ਦੇ ਚੌਲਾਂ ਜਾਂ ਬਾਸਮਤੀ ਦੇ ਚੌਲਾਂ ਵਿੱਚ ਹੀ ਹੁੰਦੀ ਹੈ, ਜਦੋਂ ਕਿ ਦੂਜੇ ਚੌਲ ਬਣਦੇ ਵੀ ਕੋਈ ਹਰਕਤ ਨਹੀਂ ਕਰਦੇ, ਇਸ ਲਈ ਇੱਕ ਦੂਜੇ ਨਾਲ ਜੁੜ ਜਾਂਦੇ ਹਨ ਅਤੇ ਘਿੱਪਾ ਜਿਹਾ ਬਣ ਜਾਂਦੇ ਹਨ। ਦਹੀਂ ਵੀ ਖਾਲਸ ਦੁੱਧ ਹੋਣ ਕਰਕੇ ਇਸ ਤਰ੍ਹਾਂ ਦਾ ਜੰਮਦਾ ਹੈ। ਪਾਣੀ ਵਾਲਾ ਦਹੀਂ ਤਾਂ ਪਾਣੀ ਛੱਡੇਗਾ ਹੀ। ਅਜੇ ਦਹੀਂ ਦੀਆਂ ਗੱਲਾਂ ਚੱਲ ਹੀ ਰਹੀਆਂ ਸਨ ਕਿ ਮਿੰਨੀ ਨੇ ਪਰੇ ਜਾ ਕੇ ਬਹਾਨੇ ਨਾਲ ਮੇਰੀ ਪਤਨੀ ਨੂੰ ਰਸੋਈ ਵਿੱਚ ਬੁਲਾਇਆ ਤੇ ਕਿਹਾ, ਜੇ ਤੁਹਾਨੂੰ ਮੰਮੀ ਪੁੱਛੇ ਕਿ ਦਹੀਂ ਵਿੱਚ ਨਿੱਕੇ ਨਿੱਕੇ ਬੈਕਟੀਰੀਆ ਤਾਂ ਨਹੀਂ ਹੁੰਦੇ ਤਾਂ ਤੁਸੀਂ ਕਿਉਂ ਨਹੀਂ, ਕਿਉਂਕਿ ਇਹ ਤਸੱਲੀ ਕਰਨੀ ਮੇਰੀ ਮੰਮੀ ਦੀ ਆਦਤ ਬਣ ਚੁੱਕੀ ਹੈ। ਇੱਕ ਵਾਰ ਕਿਸੇ ਨੇ ਇਹਨਾਂ ਨੂੰ ਦੱਸ ਦਿੱਤਾ ਸੀ ਕਿ ਖੁਰਦਬੀਨ ਵਿੱਚ ਵੇਖੋ ਤਾਂ ਦਹੀਂ ਦੀਆਂ ਫੁੱਟੀਆਂ ਜਰਾਸੀਮਾਂ ਦੀਆਂ ਢੇਰੀਆਂ ਹੀ ਹਨ। ਉਹਨੇ ਇਹ ਵੀ ਕਿਹਾ ਕਿ ਮੇਰੀ ਮੰਮੀ ਬਿਲਕੁਲ ਅਨਪੜ੍ਹ ਹੈ ਅਤੇ ਸਾਡੇ ਝਾਂਸੇ ਵਿੱਚ ਆਈ ਹੋਈ ਹੈ, ਨਹੀਂ ਤਾਂ ਕਈ ਜੈਨੀ ਤਾਂ ਦਹੀਂ ਨਹੀਂ ਖਾਂਦੇ ਤੇ ਦੁੱਧ ਵੀ ਨਹੀਂ ਪੀਂਦੇ। ਅਸੀਂ ਇਹੋ ਜਿਹੇ ਲੋਕਾਂ ਨੂੰ ਮੰਮੀ ਤੋਂ ਦੂਰ ਹੀ ਰੱਖਦੇ ਹਾਂ। ਸਿੱਖਾਂ ਦੇ ਸਾਧ ਸੰਤ ਵੀ ਇਸੇ ਤਰ੍ਹਾਂ ਹੀ ਬਹੁਤ ਵੱਡੇ ਭੁਲੇਖੇ ਦੇ ਸ਼ਿਕਾਰ ਹਨ ਤੇ ਦੁੱਧ ਦੇ ਗਲਾਸਾਂ ਦੇ ਗਲਾਸ ਸਣੇ ਮਲਾਈ ਡਕਾਰ ਜਾਂਦੇ ਹਨ, ਪਰ ਨਾ ਤਾਂ ਆਂਡਾ ਖਾਂਦੇ ਹਨ ਤੇ ਨਾ ਹੀ ਮਾਸ। ਹਰ ਜਾਨਵਰ ਦਾ ਬੱਚਾ ਕੁਝ ਮਹੀਨਿਆਂ ਬਾਅਦ ਆਪਣੀ ਮਾਂ ਦਾ ਦੁੱਧ ਪੀਣਾ ਛੱਡ ਦਿੰਦਾ ਹੈ ਤੇ ਫਿਰ ਸਾਰੀ ਜ਼ਿੰਦਗੀ ਦੁੱਧ ਨੂੰ ਮੂੰਹ ਨਹੀਂ ਲਾਉਂਦਾ। ਫਿਰ ਬੰਦਾ ਹੀ ਐਸਾ ਜਾਨਵਰ ਹੈ ਜਿਹੜਾ 100 ਸਾਲ ਦੀ ਉਮਰ ਤੱਕ ਵੀ ਦੁੱਧ ਨੂੰ ਚੰਬੜਿਆ ਰਹਿੰਦਾ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ WHO ਇੱਕ ਸੰਸਥਾ ਹੈ ਜਿਸ ਨੇ ਸਪਸ਼ਟ ਕਿਹਾ ਹੈ ਕਿ ਦੁੱਧ ਤੇ ਖੂਨ ਵਿੱਚ ਕੋਈ ਫਰਕ ਨਹੀਂ ਹੁੰਦਾ, ਸਿਰਫ ਰੰਗ ਦਾ ਹੀ ਫਰਕ ਹੈ। ਖੂਨ ਤੋਂ ਹੀ ਮਾਸ ਬਣਦਾ ਹੈ ਤੇ ਖੂਨ ਤੋਂ ਹੀ ਦੁੱਧ ਬਣਦਾ ਹੈ। ਦੁੱਧ ਅਤੇ ਖੂਨ ਵਿੱਚ ਸਿਰਫ ਰੰਗ ਦਾ ਹੀ ਫਰਕ ਹੈ। ਜਦੋਂ ਕੋਈ ਜਾਨਵਰ ਪੱਠੇ ਖਾਂਦਾ ਹੈ ਤਾਂ ਉਸ ਵਿੱਚੋਂ ਹੀ ਇਹ ਸਾਰੇ ਪਦਾਰਥ ਤਿਆਰ ਹੁੰਦੇ ਹਨ। ਜਿਹੜੇ ਲੋਕ ਮਾਸ ਤਾਂ ਨਹੀਂ ਖਾਂਦੇ ਪਰ ਦਹੀਂ ਖਾ ਲੈਂਦੇ ਹਨ, ਜੇ ਉਹਨਾਂ ਨੂੰ ਖੁਰਦਬੀਨ ਥੱਲੇ ਰੱਖ ਕੇ ਦਹੀਂ ਦਾ ਇੱਕ ਕਿਣਕਾ ਵਿਖਾਇਆ ਜਾਵੇ ਤਾਂ ਉਹਨਾਂ ਨੂੰ ਪਤਾ ਲੱਗੇਗਾ ਕਿ ਇਹ ਕਿਣਕਾ ਨਹੀਂ, ਬੈਕਟੀਰੀਆ ਦੀ ਢੇਰੀ ਹੈ। ਪਤਾ ਨਹੀਂ ਇਹ ਲੋਕ ਪਖੰਡ ਕਰ ਕਰਕੇ ਕਿਹਨੂੰ ਵਿਖਾਉਂਦੇ ਹਨ। ਸਿਰਫ ਮਨੁੱਖ ਹੀ ਅਜਿਹਾ ਜੀਵ ਹੈ ਜਿਸ ਨੇ ਖੁਰਾਕ ਦੀ ਬੰਦਿਸ਼ ਨੂੰ ਤੋੜਿਆ ਹੈ, ਨਹੀਂ ਤਾਂ ਸ਼ੇਰ ਭਾਵੇਂ ਭੁੱਖਾ ਮਰ ਜਾਵੇ ਘਾਹ ਨਹੀਂ ਖਾਂਦਾ ਤੇ ਬੱਕਰੀ ਭਾਵੇਂ ਭੁੱਖੀ ਮਰ ਜਾਵੇ ਮਾਸ ਨਹੀਂ ਖਾਂਦੀ। ਮਿੰਨੀ, ਜਿਸ ਦਾ ਅਸਲੀ ਨਾਂ ਰੋਮਿਲਾ ਜੈਨ ਸੀ, ਦਾ ਰਿਸ਼ਤਾ ਵੀ ਬੜੇ ਅਜੀਬ ਤੇ ਨਾਟਕੀ ਢੰਗ ਨਾਲ ਹੋਇਆ ਸੀ। ਛੋਟੀਆਂ ਛੋਟੀਆਂ ਬਰਾਦਰੀਆਂ ਵਿੱਚ ਕੁੜੀਆਂ ਲਈ ਮਨਪਸੰਦ ਮੁੰਡੇ ਤੇ ਮੁੰਡਿਆਂ ਲਈ ਮਨਪਸੰਦ ਕੁੜੀਆਂ ਲੱਭਣੀਆਂ ਬੜਾ ਔਖਾ ਹੁੰਦਾ ਹੈ। ਮਿੰਨੀ ਨੇ IAS ਦਾ ਇਮਤਿਹਾਨ ਦਿੱਤਾ ਪਰ ਚੁਣੀ ਨਾ ਗਈ। ਫਿਰ ਉਸਨੇ PCS ਦਾ ਇਮਤਿਹਾਨ ਦਿੱਤਾ ਤੇ ਪਾਸ ਹੋ ਗਈ। ਉਧਰ ਉਹਦੇ ਵਿਆਹ ਦੀ ਵੀ ਉਮਰ ਹੋ ਗਈ ਸੀ। ਜੈਨੀ ਆਪਣੀਆਂ ਕੁੜੀਆਂ ਨੂੰ ਬਹੁਤਾ ਚਿਰ ਘਰ ਨਹੀਂ ਬਿਠਾਈ ਰੱਖਦੇ। ਇੱਕ ਦਿਨ ਇੱਕ ਵਿਚੋਲੇ ਨੇ, ਜੋ ਕੁੜੀ ਵਾਲਿਆਂ ਦੇ ਪਰਿਵਾਰ ਨਾਲ ਹੀ ਸੰਬੰਧਿਤ ਸੀ, ਇੱਕ ਲੜਕੇ ਦੀ ਦੱਸ ਪਾਈ, ਪਰ ਨਾਲ ਹੀ ਉਹਨੇ ਇਹ ਵੀ ਕਹਿ ਦਿੱਤਾ ਕਿ ਭਾਵੇਂ ਉਹ ਲੜਕੇ ਦੀਆਂ 2 ਸਟੀਲ ਮਿੱਲਾਂ ਹਨ ਤੇ ਬਹੁਤ ਅਮੀਰ ਹੈ, ਪਰ ਘਰਦਿਆਂ ਤੋਂ ਚੋਰੀ ਕਿਤੇ ਕਿਤੇ ਸ਼ਰਾਬ ਦੀ ਗਲਾਸੀ ਮਾਰ ਲੈਂਦਾ ਹੈ, ਹੋਰ ਕੋਈ ਨੁਕਸ ਨਹੀਂ। ਉਸ ਵਿਚੋਲੇ ਨੇ ਇਹ ਵੀ ਕਿਹਾ ਕਿ ਮੈਂ ਆਪਣੀਆਂ ਅੱਖਾਂ ਨਾਲ ਉਹਨੂੰ ਸ਼ਰਾਬ ਪੀਂਦਿਆਂ ਕਦੀ ਨਹੀਂ ਵੇਖਿਆ। ਉਹਦੇ ਇੱਕ ਦੋਸਤ ਨੇ ਇੱਕ ਵਾਰ ਮਾੜੀ ਜਿਹੀ ਗੱਲ ਕੀਤੀ ਸੀ
ਪਰਿਵਾਰ ਪੱਕਾ ਜੈਨੀ ਪਰਿਵਾਰ ਹੈ ਤੇ ਲੜਕਾ ਲੜਕੀ ਹੀ ਹੈ ਤੇ 3 ਭਰਾਵਾਂ ਵਿੱਚੋਂ ਘਰ ਵਿੱਚ ਇੱਕ ਹੀ ਮੁੰਡਾ ਹੈ। ਇੱਕ ਭਰਾ ਦੀਆਂ 2 ਕੁੜੀਆਂ ਹੀ ਹਨ ਤੇ ਇੱਕ ਦੇ ਘਰ ਔਲਾਦ ਨਹੀਂ ਹੋਈ। ਮੁੰਡਾ ਬਹੁਤ ਕਮਾਊ ਹੈ, ਸੁਭਾਅ ਦਾ ਬਹੁਤ ਹੀ ਚੰਗਾ ਤੇ ਹਸਮੁਖ ਹੈ। ਹੁਣ ਕੁੜੀ ਦੁਵਿਧਾ ਵਿੱਚ ਸੀ। ਇੱਕ ਪਾਸੇ PCS ਦੇ ਤੇ ਦੂਜੇ ਪਾਸੇ ਵਿਆਹ ਲਈ ਮੁੰਡਾ। ਕੁੜੀ ਦੀ ਇੱਕ ਵਾਰ ਮੈਜਿਸਟ੍ਰੇਟ ਦੀ ਕੁਰਸੀ ਤੇ ਬਹਿਣ ਦੀ ਖਾਹਿਸ਼ ਵੀ ਸੀ। ਇੱਕ ਦਿਨ ਮੁੰਡਾ ਕੁੜੀ ਵਾਲਿਆਂ ਦੇ ਘਰ ਮਿਲੇ ਤੇ ਮੁੰਡੇ ਨੇ ਦੂਜੀ ਮਿਲਣੀ ਆਪਣੀ ਮਿੱਲ ਦੇ ਦਫ਼ਤਰ ਵਿੱਚ ਰੱਖੀ। ਜਦੋਂ ਮਿੰਨੀ ਨੇ ਉਹਦੀ ਮਿੱਲ ਦੇ ਦਫ਼ਤਰ ਵੇਖਿਆ ਜਾਂ ਉਹਦੀ ਮਿੱਲ ਦਾ ਦਫ਼ਤਰ ਵੇਖਿਆ ਤਾਂ ਡੌਰ ਭੋਰੀ ਹੀ ਹੋ ਗਈ। ਮੁੰਡਾ ਉਸ ਦੇ ਅੰਦਾਜ਼ੇ ਤੋਂ ਕਿਤੇ ਵੱਧ ਅਮੀਰ ਸੀ ਤੇ ਉਹਦਾ ਦਫ਼ਤਰ ਵੀ ਬਹੁਤ ਵੱਡਾ ਤੇ ਆਲੀਸ਼ਾਨ ਸੀ। ਰਹਿੰਦੀ ਖੁੰਦੀ ਕਸਰ ਉਦੋਂ ਨਿਕਲ ਗਈ ਜਦੋਂ ਮਿੱਲ ਦਾ ਇੱਕ ਕਰਮਚਾਰੀ ਕੁਝ ਕਾਗਜ਼ਾਂ ਦੇ ਦਸਤਖਤ ਕਰਾਉਣ ਲਈ ਆਇਆ ਤਾਂ ਮੁੰਡੇ ਨੇ ਉਹਨੂੰ ਪੁੱਛਿਆ, ਤੁਸਾਂ PCS ਕਦੋਂ ਕੀਤੀ ਸੀ? ਉਸ ਕਰਮਚਾਰੀ ਨੇ ਵਿਸਥਾਰ ਨਾਲ ਦੱਸਿਆ ਕਿ ਉਹ ਕਿੱਥੇ ਕਿੱਥੇ ਕੀ ਅਫਸਰ ਰਿਹਾ ਸੀ। ਮਿੰਨੀ ਦੀ ਅੱਧੀ ਫੂਕ ਤਾਂ ਨਿਕਲ ਹੀ ਚੁੱਕੀ ਸੀ। ਇਸ ਤੋਂ ਪਹਿਲਾਂ ਕਿ ਉਹ ਕੁਝ ਬੋਲਦੀ, ਯੋਗੇਸ਼ ਨੇ ਕਿਹਾ, ਸਾਡਾ ਇੱਕ ਹੋਰ ਕਰਮਚਾਰੀ ਵੀ PCS ਰਿਟਾਇਰ ਹੋਇਆ ਹੈ ਤੇ ਹੁਣ ਸਾਡੇ ਨਾਲ ਕੰਮ ਕਰ ਰਿਹਾ ਹੈ। ਵਿਚਾਰਾ ਬਹੁਤ ਹੀ ਚੰਗਾ ਹੈ, ਆਉਂਦਾ ਹੈ ਤਾਂ ਤੁਹਾਨੂੰ ਮਿਲਾਉਂਦੇ ਹਾਂ। ਉਹ ਜਰਾ ਬਿਜਲੀ ਦੇ ਦਫ਼ਤਰ ਕੁਝ ਬਿੱਲਾਂ ਦਾ ਝਗੜਾ ਨਿਬੇੜਨ ਗਿਆ ਹੈ। ਮਿੰਨੀ ਇੱਕ ਦਿਨ ਆਪ ਹੀ ਦੱਸ ਰਹੀ ਸੀ ਕਿ ਇਹ ਸੁਣ ਕੇ ਤਾਂ ਉਸ ਦਾ ਰੋਣ ਹੀ ਨਿਕਲ ਚੱਲਿਆ ਸੀ। ਇੱਕ ਪ੍ਰਾਈਵੇਟ ਫਰਮ ਵਿੱਚ 2 ਰਿਟਾਇਰਡ PCS ਅਫਸਰ ਇਦੋਂ ਜ਼ਿਆਦਾ ਹੋਰ ਹਨੇਰ ਕੀ ਆਉਣਾ ਹੈ। ਇਸ ਹਿਸਾਬ ਨਾਲ ਤਾਂ ਸਰਕਾਰੀ ਆਹਲਾ ਅਫਸਰ ਸਬਜ਼ੀ ਦੇ ਭਾਅ ਵਿਕ ਰਹੇ ਹਨ ਤੇ ਮੈਂ PCS ਦੇ ਘਮੰਡ ਵਿੱਚ ਆਪਣਾ ਭਵਿੱਖ ਗਵਾ ਦੇਣ ਲੱਗੀ ਸਾਂ। ਬਸ ਉਸੇ ਵੇਲੇ ਤੋਂ ਹੀ ਉਹਦਾ ਵਤੀਰਾ ਬਦਲ ਗਿਆ। ਉਧਰ ਯੋਗੇਸ਼ ਤਾਂ ਪਹਿਲਾਂ ਹੀ ਉਸ ਨੂੰ ਪਸੰਦ ਕਰ ਚੁੱਕਾ ਸੀ ਤੇ ਮਨ ਹੀ ਮਨ ਕਹਿ ਚੁੱਕਾ ਸੀ, ਹਮ ਤੋ 2 ਬੋਲ ਕੇ ਹਾਰੇ हैं, तुम हमारे हो हम तुम्हारे हैं। ਇਸੇ ਤਰ੍ਹਾਂ ਹੀ ਦੂਜੇ ਪਾਸੇ ਵੀ ਉਹ ਗੱਲ ਸੀ ਜਿਵੇਂ ਰਾਂਝੇ ਹੱਸ ਕੇ ਆਖਿਆ, ਵਾਹ ਸੱਜਣ ਹੀਰ, ਰਾਂਝੇ ਹੱਸ ਕੇ ਆਖਿਆ, ਵਾਹ ਸੱਜਣ ਹੀਰ ਹੱਸ ਕੇ ਤੇ ਮਿਹਰਬਾਨ ਹੋਈ। ਉਹਨਾਂ ਦੀ ਇਸ ਮਿਲਣੀ ਦੀ ਗੱਲ ਇੱਕ ਵਾਰ ਮਿੰਨੀ ਦੇ ਪਤੀ ਨੇ ਮੇਰੇ ਘਰ ਖਾਣਾ ਖਾਂਦਿਆਂ ਸੁਣਾਈ। ਉਹ ਕਹਿਣ ਲੱਗਾ, ਗੱਲਾਂ ਕਰਦਿਆਂ ਮੈਂ ਆਪਣਾ ਹੱਥ ਇਹਦੇ ਹੱਥ ਤੇ ਰੱਖ ਦਿੱਤਾ ਤਾਂ ਇਹਨੇ ਫਟ ਆਪਣਾ ਹੱਥ ਇੰਨੇ ਜ਼ੋਰ ਨਾਲ ਖਿੱਚਿਆ ਕਿ ਜੂਸ ਦੇ ਭਰੇ ਹੋਏ ਦੋਵੇਂ ਗਲਾਸ ਮੇਜ਼ ਤੋਂ ਥੱਲੇ ਡਿੱਗ ਪਏ। ਸੱਚੇ ਬਣਦੇ ਮਾਰੇ ਮੈਂ ਪੁੱਛਿਆ, ਕੀ ਹੋਇਆ? ਤਾਂ ਇਹ ਕਹਿਣ ਲੱਗੀ, ਬਸ ਐਵੇਂ ਮੈਂ ਜਰਾ ਭਾਵੁਕ ਹੋ ਗਈ ਸੀ। ਇਹਦੀ ਇਹ ਗੱਲ ਸੁਣ ਕੇ ਮੈਂ ਬੜਾ ਸ਼ਰਮਿੰਦਾ ਹੋਇਆ ਤੇ ਆਪਣੇ ਆਪ ਨੂੰ ਬੜਾ ਹਲਕਾ ਮਹਿਸੂਸ ਕੀਤਾ ਕਿ ਭਾਵੁਕ ਤਾਂ ਮੈਂ ਹੋਇਆ ਸੀ, ਪਰ ਫਿਰ ਵੀ ਇਹਨੇ ਮੇਰੀ ਇੱਜ਼ਤ ਰੱਖ ਲਈ ਹੈ। ਮੈਂ ਉਸੇ ਦਿਨ ਫੈਸਲਾ ਕਰ ਲਿਆ ਕਿ ਇਦਾਂ ਦੇ ਸੁਭਾਅ ਵਾਲੀ ਇਹ ਕੁੜੀ ਮੈਨੂੰ ਬਹੁਤ ਠੀਕ ਰਹਿਣੀ ਹੈ। ਫਿਰ ਉਹਨੇ ਮਿੰਨੀ ਨੂੰ ਛੇੜਨ ਦੇ ਖਿਆਲ ਨਾਲ ਮੈਨੂੰ ਕਿਹਾ, ਕੁਲਬੀਰ, ਇਹੋ ਜਿਹੀ ਜਨਾਨੀ ਤਾਂ ਯਾਰ ਘਰ ਵਿੱਚ ਰੱਖਣੀ ਦੀ ਹੀ ਸ਼ਾਨ ਹੈ ਨਹੀਂ। ਮਿੰਨੀ ਹੱਸਦੀ ਕਹਿਣ ਲੱਗੀ, ਮੈਂ ਸਭ ਸਮਝਦੀ ਹਾਂ। ਇਹ ਗੱਲ ਉਦਾਂ ਦੀ ਹੈ ਜਿਵੇਂ ਤੁਸੀਂ ਘਰ ਵਿੱਚ ਚੰਗਾ ਕੁੱਤਾ ਰੱਖ ਲਿਆ ਹੋਵੇ। ਤੇ ਅਸੀਂ ਸਾਰੇ ਹੱਸ ਪਏ। ਇਹ ਗੱਲ ਮਿੰਨੀ ਨੇ ਐਵੇਂ ਭੋਲੇ ਭਾਅ ਕਹੀ ਜਿਵੇਂ ਉਹ 7-8 ਸਾਲ ਦੀ ਬੱਚੀ ਹੋਵੇ। ਰਹਿੰਦੀ ਖੂੰਦੀ ਕਸਰ ਦੂਸਰੀ ਮਿਲ ਵੇਖ ਕੇ ਨਿਕਲ ਗਈ। ਉਧਰ ਕੁੜੀ ਵਾਲੇ ਜੈਨੀ ਪਰਿਵਾਰ ਨੇ ਵੀ ਸੋਚਿਆ ਕਿ ਮੁੰਡਾ ਦਾ ਮਾਸ, ਸ਼ਰਾਬ, ਖਾਣਾ ਪੀਣਾ ਇੱਕ ਹੈ ਤਾਂ ਸਾਡੀ ਕੁੜੀ ਵੀ ਕਿੱਡੀ ਕੁ ਜੈਨਣ ਹੈ। ਉਹ ਤਾਂ ਸਾਰੇ ਜੈਨ ਧਰਮ ਨੂੰ ਹੀ ਖਤਮ ਹੋ ਚੁੱਕਾ ਸਮਝਦੀ ਹੈ। ਚਲੋ ਮੁੰਡਾ ਭਾਵੇਂ ਸ਼ਰਾਬ ਪੀਂਦਾ ਹੈ ਪਰ ਫਿਰ ਵੀ ਜੈਨ ਧਰਮ ਦੇ ਸੰਸਕਾਰਾਂ ਨੂੰ ਮੰਨਦਾ ਹੋਇਆ ਓਲਾ ਤਾਂ ਰੱਖਦਾ ਹੀ ਹੈ। ਵਿਆਹ ਸ਼ਾਦੀ ਦੇ ਮਾਮਲੇ ਵਿੱਚ ਜਦੋਂ ਕੋਈ ਪਰਿਵਾਰ ਇਦਾਂ ਦੀਆਂ ਗਿਣਤੀਆਂ ਗਿਣਨ ਲੱਗ ਪਵੇ ਤਾਂ ਫਿਰ ਉਹ ਬਹੁਤਾ ਕੱਟੜ ਨਹੀਂ ਰਹਿੰਦਾ। 2 ਚੋਟੀ ਦੇ ਸਿੱਖ ਪਰਿਵਾਰਾਂ ਵਿੱਚ ਵੀ ਕਿਸੇ ਤਰ੍ਹਾਂ ਹੀ ਹੋਇਆ ਹੈ ਜਾਂ ਇਸੇ ਤਰ੍ਹਾਂ ਹੀ ਹੋਇਆ ਹੈ। ਸਰਦਾਰ ਤੇਜਾ ਸਿੰਘ ਸਮੁੰਦਰੀ, ਜਿਨ੍ਹਾਂ ਦੇ ਨਾਂ ਤੇ ਦਰਬਾਰ ਸਾਹਿਬ ਸਮੂਹ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਬਣਿਆ ਹੋਇਆ ਹੈ ਤੇ ਜੋ ਅਕਾਲੀ ਮੋਰਚੇ ਵੇਲੇ ਜੇਲ੍ਹ ਵਿੱਚ ਹੀ ਸ਼ਹੀਦ ਹੋ ਗਏ ਸਨ।
ਤੇ ਜਿਨ੍ਹਾਂ ਦੇ ਵੱਡੇ ਸੁਪੁੱਤਰ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ ਹਨ ਤੇ ਅੱਗੋਂ ਉਹਨਾਂ ਦੇ ਸੁਪੁੱਤਰ ਜੋ ਨਕੋਦਰ ਖੰਡ ਮਿੱਲ ਦੇ ਮੈਨੇਜਿੰਗ ਡਾਇਰੈਕਟਰ ਰਹੇ ਹਨ ਦੀ ਬੇਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪੜ੍ਹਦੀ ਹੈ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਬੜੀ ਸਰਗਰਮ ਕਾਰਕੁਨ ਸੀ। ਉਸ ਦਾ ਵਿਆਹ ਜਿਸ ਗੈਰ ਜੱਟ ਸਿੱਖ ਲੜਕੇ ਨਾਲ ਹੋਇਆ ਉਹ IAS ਤਾਂ ਜ਼ਰੂਰ ਹੈ, ਪਰ ਚੇਨ ਸਮੋਕਰ ਜਿਹੜਾ ਸਿਗਰਟ ਬੁੱਝਣ ਹੀ ਨਾ ਦੇਵੇ ਵੀ ਹੈ, ਜੋ ਸਿੱਖ ਧਰਮ ਵਿੱਚ ਸਭ ਤੋਂ ਬੁਰਾ ਗਿਣਿਆ ਜਾਂਦਾ ਹੈ। ਉਹ ਪਤਿਤ ਹੈ ਤੇ ਸਿਰੋਂ ਮੋਨਾ ਵੀ ਹੈ। ਇਸੇ ਤਰ੍ਹਾਂ ਹੀ ਇੱਕ ਅਕਾਲੀ ਲੀਡਰ ਤੇ ਮੈਂਬਰ ਪਾਰਲੀਮੈਂਟ ਦੀ ਭਤੀਜੀ ਦਾ ਵਿਆਹ ਜਿਸ ਲੜਕੇ ਨਾਲ ਹੋਇਆ ਉਹ ਵੀ ਮੋਨਾ ਹੈ, ਪਰ ਇਸ ਵਿੱਚ ਉਹ ਕੁਝ ਨਹੀਂ ਸਨ ਕਰ ਸਕਦੇ। ਹਵਾ ਹੀ ਐਸੀ ਚੱਲ ਪਈ ਹੈ ਕਿ ਸਿੱਖਾਂ ਦੇ ਪੁੱਤ ਦਿਨੋਂ ਦਿਨ ਕੇਸ ਕਟਾਈ ਜਾਂਦੇ ਹਨ। ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਕੇਸ ਹਨ। ਜਦੋਂ ਕੋਈ ਧਰਮ ਟੁੱਟਣਾ ਸ਼ੁਰੂ ਹੁੰਦਾ ਹੈ ਤਾਂ ਉਸਦੇ ਕਈ ਬਰੀਕ ਬਰੀਕ ਟੁਕੜੇ ਟੁੱਟਦੇ ਚਲੇ ਜਾਂਦੇ ਹਨ, ਜੋ ਬਾਅਦ ਵਿੱਚ ਵੱਡੇ ਟੁਕੜਿਆਂ ਵਿੱਚ ਤਬਦੀਲ ਹੋ ਜਾਂਦੇ ਹਨ। PCS ਅਫਸਰਾਂ ਨੂੰ ਵੇਖ ਕੇ ਮਿੰਨੀ ਨੂੰ ਸਮਝ ਲੱਗ ਗਈ ਸੀ ਕਿ ਪੈਸਾ ਕਮਾਉਣਾ ਵੀ ਪੜ੍ਹਾਈ ਵਾਂਗ ਹੀ ਇੱਕ ਕਲਾ ਹੈ। ਮਿੰਨੀ ਦਾ ਪਤੀ ਇੱਕ ਆਦਰਸ਼ ਵਿਅਕਤੀ ਹੈ। ਜਦੋਂ ਦਾਜ ਦੇਣ ਲਈ ਜੈਨੀ ਪਰਿਵਾਰ ਨੇ ਆਪਣੀ ਇੱਕ ਪਿਤਾ ਪੁਰਖੀ ਜਾਇਦਾਦ ਵੇਚਣੀ ਚਾਹੀ ਤਾਂ ਮਿੰਨੀ ਦੇ ਪਤੀ ਨੇ ਸਖਤੀ ਨਾਲ ਮਨਾ ਕਰ ਦਿੱਤਾ ਤੇ ਕਿਹਾ, ਮੈਂ ਕੋਈ ਦਾਜ ਦੂਜ ਨਹੀਂ ਲੈਣਾ, ਮੈਂ ਕਾਰਖਾਨੇਦਾਰ ਅਤੇ ਮਿਲ ਮਾਲਕ ਹਾਂ, ਕੋਈ ਮੰਗਤਾ ਨਹੀਂ, ਮੇਰਾ ਵੀ ਕੋਈ ਸਵੈਮਾਨ ਹੈ। ਸ਼ੁਰੂ ਤੋਂ ਹੀ ਜੈਨ ਧਰਮ ਵਿੱਚ ਦਾਜ ਦਹੇਜ ਦੇਣ ਅਤੇ ਲੈਣ ਦਾ ਕੋਈ ਰਿਵਾਜ ਨਹੀਂ ਰਿਹਾ। ਬੱਚਾ ਜੰਮਣ ਤੇ ਜਾਂ ਕਿਸੇ ਬਹੁਤ ਹੀ ਬੁੱਢੇ ਦੇ ਮਰਨ ਤੇ ਵੀ ਕੋਈ ਖਰਚਾ ਨਹੀਂ ਕੀਤਾ ਜਾਂਦਾ, ਜਿਵੇਂ ਹਿੰਦੂ ਜਾਂ ਸਿੱਖ ਕਰਦੇ ਹਨ। ਬੱਚਾ ਜੰਮਣ ਤੇ ਵੱਧ ਤੋਂ ਵੱਧ ਇੱਕ ਖਿਡੌਣਾ ਕੋਈ ਬੱਚੇ ਲਈ ਲੈ ਆਵੇ ਤਾਂ ਵੱਖਰੀ ਗੱਲ ਹੈ। ਬੱਚੇ ਲਈ ਕੱਪੜੇ ਲਿਆਉਣੇ, ਸੋਨੇ ਦੇ ਕੜੇ ਵਗੈਰਾ ਪਾਉਣ ਆਦਿ ਦਾ ਜੈਨ ਧਰਮ ਵਿੱਚ ਕੋਈ ਰਿਵਾਜ ਨਹੀਂ। ਨਾ ਹੀ ਕਦੀ ਲੜਕੀ ਦੇ ਸਹੁਰੇ ਪਰਿਵਾਰ ਨੂੰ ਹੀ ਕੱਪੜੇ ਵਗੈਰਾ ਦੇਣ ਦਾ ਰਿਵਾਜ ਹੈ। ਪਰ ਹੁਣ ਹਿੰਦੂ ਸਮਾਜ ਦੀ ਵੇਖੋ ਵੇਖੀ ਹਿੰਦੂ ਸਮਾਜ ਦੀਆਂ ਸਾਰੀਆਂ ਬੁਰਾਈਆਂ ਹੀ ਜੈਨ ਧਰਮ ਵਿੱਚ ਆ ਚੁੱਕੀਆਂ ਹਨ ਤੇ ਕੁੜੀ ਤੇ ਮੁੰਡੇ ਵਾਲੇ ਆਮੋ ਸਾਹਮਣੇ ਬਹਿ ਕੇ ਲੈਣ ਦੇਣ ਦਾ ਫੈਸਲਾ ਕਰਦੇ ਹਨ। ਜੈਨੀਆਂ ਵਿੱਚ ਤਲਾਕ ਦਾ ਰਿਵਾਜ ਵੀ ਪਹਿਲਾਂ ਨਹੀਂ ਸੀ, ਪਰ ਹੁਣ ਹੋਣ ਲੱਗ ਪਏ ਹਨ। ਆਪਣੇ ਸਮਾਗਮਾਂ ਵਿੱਚ ਜੈਨੀ ਬਹੁਤਾ ਕਰਕੇ ਜੈਨੀਆਂ ਨੂੰ ਹੀ ਸੱਦਦੇ ਹਨ ਤੇ ਇਸ ਲਈ ਉਹਨਾਂ ਨੂੰ ਵਿਖਾਵਾ ਕਰਨ ਦੀ ਕਦੀ ਲੋੜ ਹੀ ਨਹੀਂ ਸੀ ਪੈਂਦੀ। ਪਰ ਜਦੋਂ ਦਾ ਹਿੰਦੂ ਰੂਪੀ ਅਜਗਰ ਨੇ ਜੈਨ ਧਰਮ ਨੂੰ ਨਿਗਲਿਆ ਹੈ ਤੇ ਜੈਨੀ ਦੂਸਰੇ ਸਮਾਜਾਂ ਨਾਲ ਮੇਲ ਗੇਲ ਵਧਾਉਣ ਲੱਗ ਪਏ ਹਨ ਤਾਂ ਰਿਵਾਜ ਵੀ ਉਹਨਾਂ ਦੇ ਹੀ ਅਪਣਾ ਰਹੇ ਹਨ। ਮਿਸਾਲ ਦੇ ਤੌਰ ਤੇ ਮੁੰਦਰੀ ਪਾਉਣ ਦੀ ਰਸਮ, ਰਿੰਗ ਸੈਰੇਮਨੀ, ਵਰਮਾਲਾ ਪਾਉਣੀ ਆਦਿ ਸਾਰੇ ਰਿਵਾਜ ਹੋਣ ਲੱਗ ਪਏ ਹਨ। ਯੋਗੇਸ਼ ਜੈਨ ਆਮ ਜੈਨੀਆਂ ਵਾਂਗ ਕੰਜੂਸ ਵੀ ਨਹੀਂ ਤੇ ਉਹ ਹਰ 6 ਮਹੀਨੇ ਬਾਅਦ ਆਪਣੀ ਕਾਰ ਬਦਲਦਾ ਹੈ। 1985 ਵਿੱਚ ਉਹ ਆਪਣੀਆਂ ਦੋਵੇਂ ਮਿੱਲਾਂ ਵੇਚ ਕੇ ਸਾਰਾ ਸਰਮਾਇਆ ਮਦਰਾਸ ਲੈ ਗਿਆ ਹੈ, ਕਿਉਂਕਿ ਜੈਨੀ ਲੋਕ ਝਗੜੇ ਵਾਲੇ ਥਾਂ ਤੇ ਤਾਂ ਮਾਰ ਮਰਾਈ ਵਾਲੇ ਮਾਹੌਲ ਵਿੱਚ ਰਹਿ ਕੇ ਖੁਸ਼ ਨਹੀਂ ਹੁੰਦੇ। ਉੱਥੇ ਉਹਨਾਂ ਦੀ ਇੱਕ ਸ਼ਿਪਿੰਗ ਕੰਪਨੀ ਹੈ ਜੋ ਬਹੁਤ ਹੀ ਫਾਇਦੇ ਵਿੱਚ ਚੱਲ ਰਹੀ ਹੈ। ਇਹ ਗੱਲ ਦੱਸਣ ਤੋਂ ਮਤਲਬ ਸਿਰਫ ਇੰਨਾ ਹੈ ਕਿ ਬ੍ਰਾਹਮਣ ਨੇ ਜੈਨੀਆਂ ਦਾ ਭੋਗ ਪਾ ਦਿੱਤਾ। ਅੱਜ ਹਾਲਾਤ ਇਹ ਹਨ ਕਿ ਜੇ ਕਿਸੇ ਤੁਰੇ ਜਾਂਦੇ ਬੰਦੇ ਨੂੰ ਸੱਪ ਲੜ ਜਾਵੇ ਤੇ ਕੋਈ ਆਖੇ ਕਿ ਕੋਈ ਜੈਨੀ ਜਾਂ ਬੋਧੀ ਆ ਕੇ ਫੂਕ ਮਾਰ ਦੇਵੇ ਤਾਂ ਜ਼ਹਿਰ ਲੱਥ ਸਕਦਾ ਹੈ, ਤਾਂ ਸ਼ਾਇਦ ਇਹਨਾਂ ਦੋਵਾਂ ਵਿੱਚੋਂ ਪੂਰੇ ਪੰਜਾਬ ਵਿੱਚੋਂ ਕੋਈ ਵੀ ਨਾ ਮਿਲੇ। ਬ੍ਰਾਹਮਣਾਂ ਨੇ ਜੈਨ ਧਰਮ ਵਿੱਚ ਇੱਥੋਂ ਤੱਕ ਘੁਸਪੈਠ ਕਰ ਦਿੱਤੀ ਸੀ ਕਿ ਜੈਨੀਆਂ ਦੇ 24 ਤੀਰਥੰਕਰਾਂ ਵਿੱਚੋਂ ਇੱਕ ਔਰਤ ਤੀਰਥੰਕਰ ਵੀ ਸੀ ਜਿਸ ਦਾ ਨਾਂ ਮੱਲੀ ਬਾਈ ਸੀ। ਬ੍ਰਾਹਮਣ ਇਹ ਗੱਲ ਮੰਨ ਕੇ ਚੱਲਦਾ ਹੈ ਕਿ ਸਾਰੇ ਫਸਾਦ ਦੀ ਜੜ ਔਰਤ ਹੁੰਦੀ ਹੈ ਤੇ ਔਰਤ ਨੂੰ ਬ੍ਰਾਹਮਣਵਾਦ ਨਰਕ ਦਾ ਦਰਵਾਜ਼ਾ ਕਹਿਣ ਤੋਂ ਵੀ ਗੁਰੇਜ਼ ਨਹੀਂ ਕਰਦਾ। ਬ੍ਰਾਹਮਣ ਨੂੰ ਪਤਾ ਸੀ ਕਿ ਅਸਾਂ ਇੱਕ ਦਿਨ ਜੈਨ ਧਰਮ ਨੂੰ ਆਪਣੇ ਵਿੱਚ ਸਮੋਹ ਲੈਣਾ ਹੈ, ਇਸ ਲਈ ਇਸ ਦੀਆਂ ਵਾਗਾਂ ਇੰਨੀਆਂ ਢਿੱਲੀਆਂ ਨਹੀਂ ਛੱਡਣੀਆਂ ਕਿ ਫਿਰ ਇਹ ਸਾਡੇ ਕਾਬੂ ਵਿੱਚ ਹੀ ਨਾ ਆਵੇ। ਉਹਨਾਂ ਨੂੰ ਇੱਕ ਔਰਤ ਦਾ ਤੀਰਥੰਕਰ ਹੋਣਾ ਮਨਜ਼ੂਰ ਨਹੀਂ ਸੀ, ਇਸੇ ਲਈ ਹੀ ਉਹਨਾਂ ਨੇ ਉਸ ਦਾ ਨਾਮ ਬਦਲ ਕੇ ਮੱਲੀ ਨਾਥ ਕਰ ਦਿੱਤਾ, ਕਿਉਂਕਿ ਜੈਨੀਆਂ ਦੇ ਗ੍ਰੰਥ ਵਿੱਚ ਬਾਰ-ਬਾਰ ਮੱਲੀ ਨਾਥ
ਮੱਲੀਨਾਥ ਨਾਂ ਆਉਣ ਲੱਗ ਪਿਆ ਹੈ। ਇਸ ਲਈ ਲੋਕ ਭੁੱਲ ਭੁਲਾ ਗਏ ਕਿ ਮੱਲੀਨਾਥ ਨਹੀਂ, ਮੱਲੀ ਬਾਈ ਸੀ, ਤੇ ਮੱਲੀ ਬਾਈ ਇੱਕ ਔਰਤ ਸੀ। ਅੱਜ ਜੈਨੀ ਵੀ ਸਿੱਖਾਂ ਵਾਂਗ ਕਲਪ ਰਹੇ ਹਨ ਕਿ ਬ੍ਰਾਹਮਣ ਨੇ ਸਾਡਾ ਕੱਖ ਨਹੀਂ ਛੱਡਿਆ, ਪਰ ਜੈਨੀਆਂ ਵਿੱਚ ਵੀ ਅਕਾਲ ਤਖਤ ਦੇ ਜਥੇਦਾਰ ਜੋਗਿੰਦਰ ਸਿੰਘ ਵਿਦਾਂਤੀ ਵਰਗੇ ਲੋਕ ਪੋਚੇ ਪਾਉਣ ਲਈ ਮੌਜੂਦ ਹਨ। ਮੇਰਾ ਮਿੱਤਰ ਆਖੇ ਮੱਲੀ ਬਾਈ ਤੋਂ ਬਦਲ ਕੇ ਮੱਲੀਨਾਥ ਬ੍ਰਾਹਮਣ ਨੇ ਕੀਤਾ ਹੈ, ਪਰ ਉਸ ਦਾ ਦਾਦਾ ਉਸ ਨਾਲ ਸਹਿਮਤ ਨਹੀਂ ਸੀ। ਉਹ ਆਖੇ ਬ੍ਰਾਹਮਣ ਨੂੰ ਕੀ ਲੋੜ ਪਈ ਸੀ ਇਵੇਂ ਕਰਨ ਦੀ, ਜੈਨੀਆਂ ਨੇ ਹੀ ਕੀਤਾ ਹੋਵੇਗਾ। ਪਰ ਮੇਰੇ ਮਿੱਤਰ ਦੀ ਦਲੀਲ ਅੱਗੇ ਬੁੱਢਾ ਜੈਨੀ ਟਿਕ ਨਾ ਸਕਿਆ ਜਦੋਂ ਉਸਨੇ ਕਿਹਾ ਕਿ ਜੇ ਜੈਨੀਆਂ ਨੇ ਕਰਨਾ ਹੁੰਦਾ ਤਾਂ ਉਹ ਔਰਤ ਨੂੰ ਤੀਰਥੰਕਰੀ ਕਿਉਂ ਬਣ ਦਿੰਦੇ। ਹੁਣ ਜੈਨੀ ਵੀ ਆਪਣੇ ਆਪ ਨੂੰ ਖਤਮ ਹੀ ਸਮਝਦੇ ਹਨ। ਮੇਰੇ ਜੈਨੀ ਦੋਸਤ ਹਰੀਸ਼ ਤੇ ਉਸਦੇ ਪਿਤਾ ਦੀ ਬੜੀ ਦਿਲਚਸਪ ਬਹਿਸ ਹੁੰਦੀ। ਉਹਨਾਂ ਦੀ ਬਹਿਸ ਦਾ ਘੇਰਾ ਬੜਾ ਵਿਸ਼ਾਲ ਹੁੰਦਾ। ਉਹ ਜਦੋਂ ਵੀ ਬਹਿਸ ਕਰਨ ਲੱਗਦੇ ਸ਼ੁਰੂ ਤਾਂ ਜੈਨ ਧਰਮ ਤੋਂ ਕਰਦੇ, ਪਰ ਪਹੁੰਚ ਮੁਸਲਮਾਨਾਂ ਤੇ ਯਹੂਦੀਆਂ ਤੱਕ ਜਾਂਦੇ। ਬਹਿਸ ਕਰਦਿਆਂ ਕਰਦਿਆਂ ਬੁੱਢਾ ਕੋਲ ਬੈਠੇ ਅਜਨਬੀਆਂ ਨੂੰ ਵੀ ਬਹਿਸ ਵਿੱਚ ਘਸੀੜ ਲੈਂਦਾ। ਇੱਕ ਦਿਨ ਮੇਰੇ ਬੈਠਿਆਂ ਤੇ ਉਹਨਾਂ ਦੀ ਬਹਿਸ ਇੱਥੋਂ ਸ਼ੁਰੂ ਹੋਈ ਕਿ ਭਗਵਾਨ ਮਹਾਵੀਰ ਦੇ ਸਰੀਰ ਵਿੱਚ ਲਹੂ ਨਹੀਂ ਦੁੱਧ ਵਗਦਾ ਸੀ। ਉਹਨਾਂ ਦਾ ਦਾਅਵਾ ਸੀ ਕਿ ਇਦਾਂ ਜੈਨ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ। ਹਰੀਸ਼ ਨੇ ਕਿਹਾ, ਗ੍ਰੰਥਾਂ ਵਿੱਚ ਲਿਖੇ ਹੋਏ ਦੀ ਕਿਹੜੀ ਗੱਲ ਹੋਈ? ਇਦਾਂ ਦਾ ਬਾਈਬਲ ਵਿੱਚ ਲਿਖਿਆ ਹੋਇਆ ਹੈ ਕਿ ਧਰਤੀ ਚਪਟੀ ਹੈ ਤੇ ਧਰਤੀ ਸੂਰਜ ਦੁਆਲੇ ਨਹੀਂ, ਸਗੋਂ ਸੂਰਜ ਧਰਤੀ ਦੁਆਲੇ ਚੱਕਰ ਲਗਾਉਂਦਾ ਹੈ। ਪਰ ਅੱਜ ਚੌਥੀ ਵਿੱਚ ਪੜ੍ਹਦੇ ਨਿਆਣਿਆਂ ਨੂੰ ਵੀ ਪਤਾ ਹੈ ਕਿ ਧਰਤੀ ਗੋਲ ਹੈ ਤੇ ਬਾਈਬਲ ਵਿੱਚ ਗਲਤ ਲਿਖਿਆ ਹੋਇਆ ਹੈ। ਈਸਾਈਆਂ ਦੇ ਹਿਸਾਬ ਨਾਲ ਦੁਨੀਆ 4000 ਸਾਲ ਜੀਸਸ ਤੋਂ ਪਹਿਲਾਂ ਬਣੀ ਹੈ, ਪਰ ਜਦੋਂ 50,000 ਸਾਲ ਪੁਰਾਣੀਆਂ ਹੱਡੀਆਂ ਮਿਲੀਆਂ ਤਾਂ ਈਸਾਈਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਦੁਨੀਆ ਤਾਂ 4000 ਸਾਲ ਪਹਿਲਾਂ ਹੀ ਬਣੀ ਹੈ। ਰੱਬ ਨੇ ਨਿਸ਼ਚਾ ਪਰਖਣ ਲਈ ਹੀ ਹੱਡੀਆਂ ਪੁਰਾਣੀਆਂ ਬਣਾਈਆਂ ਹਨ। ਰੱਬ ਕੀ ਨਹੀਂ ਕਰ ਸਕਦਾ? ਇਹ ਸੁਣ ਕੇ ਜੈਨੀ ਬੁੱਢਾ ਭੁੜਕ ਉੱਠਿਆ, ਤੂੰ ਬਾਈਬਲ ਨੂੰ ਜੈਨ ਗ੍ਰੰਥਾਂ ਨਾਲ ਮਿਲਾਤਾ। ਕਿੱਥੇ ਜੈਨ ਗ੍ਰੰਥ ਤੇ ਕਿੱਥੇ ਮਾਮੂਲੀ ਬਾਈਬਲ? ਹਰੀਸ਼ ਬੜਾ ਧੀਰਜ ਵਾਲਾ, ਬੜੇ ਠਰਮੇ ਨਾਲ ਗੱਲ ਕਰਦਾ। ਉਹ ਕਹਿੰਦਾ, ਬਸ ਸਾਰੇ ਧਰਮਾਂ ਨੂੰ ਇਹੀ ਬਿਮਾਰੀ ਹੈ। ਲੋਕ ਆਪਣੇ ਧਰਮ ਨੂੰ ਵਧਾ ਚੜਾ ਕੇ ਦੱਸਦੇ ਹਨ ਤੇ ਦੂਸਰੇ ਦੇ ਧਰਮਾਂ ਨੂੰ ਛੁਟਿਆ ਕੇ ਬਿਆਨ ਕਰਦੇ ਹਨ। ਜੇ ਹਿੰਦੂ ਸਾਹਮਣੇ ਕਿਹਾ ਜਾਵੇ ਕਿ ਕੁਰਾਨ ਵਿੱਚ ਕੁਝ ਨਹੀਂ ਤਾਂ ਹਿੰਦੂ ਬਹੁਤ ਖੁਸ਼ ਹੋ ਜਾਂਦਾ ਹੈ, ਜਦੋਂ ਕਿ ਮੁਸਲਮਾਨ ਲੋਹਾ ਲਾਖਾ ਹੋ ਕੇ ਮਰਨ ਮਾਰਨ ਤੇ ਉਤਰ ਆਉਂਦਾ ਹੈ। ਤੇ ਜੇ ਮੁਸਲਮਾਨ ਨੂੰ ਕਹੀਏ ਕਿ ਗੀਤਾ ਵਿੱਚ ਕੁਝ ਨਹੀਂ ਤਾਂ ਮੁਸਲਮਾਨ ਖਿੜ ਜਾਂਦਾ ਹੈ, ਪਰ ਹਿੰਦੂ ਬੁਰਾ ਮਨਾ ਜਾਂਦਾ ਹੈ, ਕਿਉਂਕਿ ਹਰ ਇੱਕ ਵਿਅਕਤੀ ਕਿਸੇ ਨਾ ਕਿਸੇ ਧਰਮ ਨੂੰ ਆਪਣੇ ਨਾਲ ਜੋੜ ਚੁੱਕਾ ਹੁੰਦਾ ਹੈ। ਇਸੇ ਲਈ ਹੀ ਉਹਨਾਂ ਨੂੰ ਖੁਸ਼ੀ ਜਾਂ ਤਕਲੀਫ ਹੁੰਦੀ ਹੈ ਜਿਵੇਂ ਤੁਹਾਨੂੰ ਹੋਈ ਹੈ। ਪਰ ਜੇ ਧਰਮ ਗ੍ਰੰਥ ਪੜ੍ਹਨ ਨਾਲ ਹੀ ਆਤਮਾ ਬਚਦੀ ਹੁੰਦੀ ਤਾਂ ਇਹ ਬੜਾ ਸਸਤਾ ਸੌਦਾ ਸੀ। ਜੈਨੀਆਂ ਦੇ ਧਰਮ ਗ੍ਰੰਥਾਂ ਵਿੱਚ ਲਿਖੇ ਹੋਏ ਵਾਂਗ ਜੇ ਭੁੱਖੇ ਰਹਿਣ ਦਾ ਅਧਿਆਤਮਕਤਾ ਨਾਲ ਕੋਈ ਸੰਬੰਧ ਹੁੰਦਾ ਤਾਂ ਦੁਨੀਆ ਦੇ ਸਾਰੇ ਭੁੱਖੇ ਜੋ ਭੁੱਖ ਨਾਲ ਮਰਦੇ ਤੇ ਅਕਾਲ ਪੈ ਕੇ ਮਰਦੇ ਹਨ ਅਧਿਆਤਮਕ ਹੋ ਜਾਂਦੇ। ਕੁਰਾਨ, ਗੀਤਾ, ਜੈਨ ਧਰਮ ਦੇ ਗ੍ਰੰਥਾਂ ਤੇ ਹੋਰ ਸਾਰੇ ਧਾਰਮਿਕ ਗ੍ਰੰਥ ਵਗੈਰਾ ਦੁਕਾਨਾਂ ਤੇ ਹੀ ਵਿਕਦੇ ਹਨ। ਉਹਨਾਂ ਦੁਕਾਨਦਾਰਾਂ ਲਈ ਹਮਾਮ ਸਾਬਣ ਦੀ ਚਾਕੀ ਵੇਚਣੀ ਤੇ ਇਹ ਕਿਤਾਬਾਂ ਵੇਚਣੀਆਂ ਇੱਕ ਬਰਾਬਰ ਹਨ। ਜਿਹੜੀ ਗੱਲ ਸਾਬਣ ਵੇਚਣ ਵਾਲਿਆਂ ਨੂੰ ਹੁਣ ਪਤਾ ਲੱਗੀ ਹੈ, ਉਹ ਧਾਰਮਿਕ ਗ੍ਰੰਥ ਵੇਚਣ ਵਾਲਿਆਂ ਨੂੰ ਕਈ ਹਜ਼ਾਰ ਸਾਲ ਦਾ ਪਤਾ ਸੀ। ਇੱਕ ਅਮੀਰ ਹਿੰਦੂ ਨੇ ਸੋਨੇ ਦਾ ਭਗਵਾਨ ਤੇ ਸੋਨੇ ਦਾ ਹੀ ਗਰੁੜ ਬਣਵਾਇਆ, ਫਿਰ ਬਹੁਤ ਗਰੀਬ ਹੋ ਗਿਆ। ਜਦੋਂ ਸੁਨਿਆਰੇ ਕੋਲ ਦੋਵੇਂ ਚੀਜ਼ਾਂ ਵੇਚਣ ਗਿਆ ਤਾਂ ਵਿਸ਼ਨੂੰ ਹੌਲਾ ਸੀ, ਉਸ ਦਾ ਮੁੱਲ ਘੱਟ ਪਿਆ। ਗਰੁੜ ਭਾਰਾ ਸੀ, ਉਸ ਦਾ ਮੁੱਲ ਵੱਧ ਪਿਆ। ਸੁਨਿਆਰੇ ਨੇ ਕਿਹਾ, ਤੇਰੀ ਸ਼ਰਧਾ ਹੋਵੇਗੀ, ਮੈਂ ਤਾਂ ਸੋਨੇ ਨੂੰ ਵੇਖ ਰਿਹਾ ਹਾਂ, ਭਗਵਾਨ ਜਾਂ ਗਰੁੜ ਨੂੰ ਨਹੀਂ। ਖੂਨ, ਹੱਡੀਆਂ ਤੇ ਮਾਸ ਹਿੰਦੂ, ਮੁਸਲਮਾਨ, ਜੈਨ ਜਾਂ ਸਿੱਖ ਨਹੀਂ ਹੁੰਦੇ। ਉਹਨਾਂ ਧਰਮਾਂ ਨੂੰ ਤਾਂ ਮਨੁੱਖ ਆਪ ਆਪਣੇ ਨਾਲ ਜੋੜਦਾ ਹੈ। ਜਦੋਂ ਮੁਸਲਮਾਨ ਭਾਰਤ ਵਿੱਚ ਹਮਲਾਵਰ ਬਣ ਕੇ ਆਏ ਤਾਂ ਉਹਨਾਂ ਨੇ ਹਿੰਦੂਆਂ ਨੂੰ ਕਾਫਰ ਦਾ ਨਾਂ ਦਿੱਤਾ।
अर्थात रब नूं ना मनण वाले मूर्ख, जाहल ते आलसी लोग। मुसलमान हर उस बंदे नूं जिहड़ा एक खुदा विच ईमान ना लियावे उस नूं काफर दा नां दिंदे हन। इस लई काफरां नूं सिद्धे राह ते पाउण लई उन्हां दे धर्म अस्थान दी ਜਾਂ ਧਰਮ ਸਥਾਨ ਵੀ ਤੋੜਨ ਤੋਂ ਗੁਰੇਜ਼ ਨਹੀਂ ਕਰਦੇ। ਮੁਸਲਮਾਨਾਂ ਨੇ ਹਿੰਦੂਆਂ ਦੇ ਮੰਦਿਰ ਢਾਹੇ ਤੇ ਢਾਉਣ ਦੇ ਡਰ ਨਾਲ ਕੰਬਦਿਆਂ ਉਹਨਾਂ ਨੇ ਉਹਨਾਂ ਥਾਵਾਂ ਤੇ ਹੀ ਮਸਜਿਦਾਂ ਬਣਾ ਧਰੀਆਂ। ਜਿਵੇਂ ਅਯੁੱਧਿਆ ਵਿੱਚ ਰਾਮ ਜੀ ਦੇ ਜਨਮ ਵਾਲੇ ਥਾਂ ਤੇ ਬਣੇ ਮੰਦਿਰ ਨੂੰ ਤੋੜ ਕੇ ਬਾਬਰ ਨੇ ਇੱਕ ਮਸਜਿਦ ਬਣਾ ਦਿੱਤੀ, ਜਿਸ ਨੂੰ ਬਾਬਰੀ ਮਸਜਿਦ ਕਹਿਣ ਲੱਗ ਪਏ। ਇਸੇ ਤਰ੍ਹਾਂ ਹੀ ਮਥੁਰਾ ਵਿੱਚ ਜਿੱਥੇ ਕ੍ਰਿਸ਼ਨ ਜੀ ਦਾ ਜਨਮ ਹੋਇਆ ਸੀ, ਉਸ ਮੰਦਰ ਨੂੰ ਤੋੜ ਕੇ ਉੱਥੇ ਵੀ ਮਸਜਿਦ ਬਣਵਾ ਦਿੱਤੀ। ਤੇ ਹਿੰਦੁਸਤਾਨ ਦੇ ਸੈਂਕੜੇ ਥਾਵਾਂ ਤੇ ਇਸੇ ਤਰ੍ਹਾਂ ਹੀ ਹੋਇਆ। ਮੂਰਤੀ ਪੂਜਣ ਵਾਲਾ ਤੇ ਮੂਰਤੀ ਨੂੰ ਤੋੜਨ ਵਾਲਾ ਆਪਣੇ ਆਪਣੇ ਢੰਗ ਨਾਲ ਮੂਰਤੀ ਨਾਲ ਵੱਜ ਜਾਂਦਾ ਹੈ। ਜਿਸ ਵਿੱਚ ਪੈਗੰਬਰ ਨੇ ਵੀ ਮੂਰਤੀ ਪੂਜਾ ਦੀ ਵਿਰੋਧਤਾ ਕੀਤੀ, ਜਾਂ ਜਿਸ ਪੈਗੰਬਰ ਨੇ ਵੀ ਮੂਰਤੀ ਪੂਜਾ ਦੀ ਵਿਰੋਧਤਾ ਕੀਤੀ, ਉਹੀ ਅੱਜ ਪੂਜੇ ਜਾ ਰਹੇ ਹਨ। ਬੁੱਧ, ਜੈਨ, ਸਿੱਖ ਗੁਰੂ ਤੇ ਹੋਰ ਸਾਰੇ ਪੂਜੇ ਜਾ ਰਹੇ ਹਨ, ਕੁਝ ਪੱਥਰਾਂ ਨਾਲ ਤੇ ਕੁਝ ਕੈਲੰਡਰਾਂ ਨਾਲ। ਮੰਨ ਲਓ ਯਿਸੂ ਮਸੀਹ ਯਹੂਦੀਆਂ ਹੱਥੋਂ ਨਾ ਮਰਦੇ ਤੇ ਆਪਣੀ ਪੂਰੀ ਉਮਰ ਭੋਗ ਕੇ ਹੀ ਮਰਦੇ ਤਾਂ ਈਸਾਈ ਭਾਵੇਂ ਜੋ ਮਰਜ਼ੀ ਕਰ ਲੈਂਦੇ, ਉਹਨਾਂ ਨੇ ਇੰਨਾ ਮਸ਼ਹੂਰ ਨਹੀਂ ਸੀ ਹੋਣਾ ਤੇ ਨਾ ਹੀ ਇਸ ਧਰਮ ਨੇ ਇੰਨੀ ਪ੍ਰਸਿੱਧੀ ਪ੍ਰਾਪਤ ਕਰਨੀ ਸੀ। ਜਦੋਂ ਜੀਸਸ ਨੂੰ ਫਾਂਸੀ ਦਿੱਤੀ ਗਈ ਤਾਂ ਉਹ ਇੱਕ ਸਧਾਰਨ ਰਾਜਸੀ ਪ੍ਰਕਿਰਿਆ ਸੀ। ਜੀਸਸ ਦੀ ਬੇਇੱਜ਼ਤੀ ਕਰਨ ਲਈ ਦੋ ਚੋਰਾਂ ਨੂੰ ਵੀ ਫਾਂਸੀ ਦਿੱਤੀ ਗਈ, ਇੱਕ ਨੂੰ ਜੀਸਸ ਦੇ ਖੱਬੇ ਤੇ ਇੱਕ ਨੂੰ ਸੱਜੇ, ਫਿਰ ਸਿਰਫ ਇਹ ਦੱਸਣ ਲਈ ਕਿ ਅਸੀਂ ਤੈਨੂੰ ਚੋਰਾਂ ਤੋਂ ਵੱਧ ਕੁਝ ਨਹੀਂ ਸਮਝਦੇ, ਭਾਵੇਂ ਤੂੰ ਆਪਣੇ ਆਪ ਨੂੰ ਰੱਬ ਦਾ ਪੁੱਤਰ ਸਮਝਦਾ ਫਿਰ। ਇੱਕ ਚੋਰ ਨੇ ਜੀਸਸ ਨੂੰ ਕਿਹਾ, ਭਲਾ ਅਸੀਂ ਤਾਂ ਚੋਰ ਹਾਂ, ਤੂੰ ਤਾਂ ਭਲਾ ਮਾਨਸ ਸੀ, ਸਾਨੂੰ ਵੀ ਫਾਂਸੀ ਤੇ ਤੈਨੂੰ ਵੀ ਫਾਂਸੀ। ਜੈਨ ਗ੍ਰੰਥ ਤਾਂ ਇਹ ਵੀ ਕਹਿੰਦੇ ਹਨ ਕਿ ਮਹਾਵੀਰ ਜਦੋਂ ਮਰਿਆ ਸੀ ਤਾਂ ਉਹ ਗਾਂ ਚੋਣ ਵਾਲੇ ਆਸਣ ਵਿੱਚ ਬੈਠਾ ਸੀ। ਦੱਸੋ ਇਹ ਕਿਹੜਾ ਸਟਾਈਲ ਹੋਇਆ ਮਰਨ ਦਾ। ਇਸ ਗੱਲ ਦਾ ਹਰੀਸ਼ ਦੀ ਮਾਂ ਨੂੰ ਵੀ ਗੁੱਸਾ ਲੱਗ ਜਾਂਦਾ ਤੇ ਉਹ ਵੀ ਬੋਲ ਪੈਂਦੀ, ਤੈਨੂੰ ਕਿੰਨੀ ਵਾਰੀ ਆਖਿਆ ਮਹਾਪੁਰਸ਼ਾਂ ਨੂੰ ਏਦਾਂ ਨਹੀਂ ਆਖੀਦਾ। ਹਰੀਸ਼ ਉਸ ਵਿਚਾਰੀ ਵੱਲ ਹੀ ਸਿੱਧਾ ਹੋ ਪੈਂਦਾ। ਫਿਰ ਮੰਮੀ ਇਹ ਦੱਸੋ, ਜੇ ਕਿਸੇ ਬੰਦੇ ਦੇ ਸਰੀਰ ਵਿੱਚ ਲਹੂ ਦੀ ਥਾਂ ਦੁੱਧ ਵਗਦਾ ਹੋਵੇ ਤੇ ਜੇ ਕਿਤੇ ਸੱਟ ਲੱਗ ਜਾਵੇ ਤਾਂ ਦੁੱਧ ਵਗਣ ਲੱਗ ਪਵੇ ਤਾਂ ਲਾਗੇ ਮੱਖੀਆਂ ਹੀ ਮੱਖੀਆਂ ਦਾ ਭਿਣਕਣ ਲੱਗ ਪੈਣਗੀਆਂ। ਇਸ ਗੱਲ ਤੋਂ ਉਹਦੀ ਭੈਣ ਜਿਹੜੀ ਖੰਨੇ ਲੈਕਚਰਾਰ ਲੱਗੀ ਹੋਈ ਸੀ ਖਿੜਖੜਾ ਕੇ ਹੱਸ ਪੈਂਦੀ। ਦੋਹਾਂ ਬੁੱਢਿਆਂ ਨੂੰ ਬਹੁਤ ਗੁੱਸਾ ਚੜ੍ਹਦਾ। ਫਿਰ ਉਹ ਇੱਕ ਦੂਜੇ ਨੂੰ ਕਹਿੰਦੇ, ਵੇਖ ਲਿਆ ਅੱਜ ਕੱਲ੍ਹ ਦੇ ਜ਼ਮਾਨੇ ਦਾ ਹਾਲ, ਕੀ ਬਣੂ ਇਸ ਦੁਨੀਆ ਦਾ। ਇਸ ਗੱਲ ਤੇ ਕੁੜੀ ਸ਼ੁਰੂ ਹੋ ਜਾਂਦੀ, ਪਾਪਾ ਪਹਿਲੇ ਜ਼ਮਾਨੇ ਨਾਲੋਂ ਤਾਂ ਹੁਣ ਦਾ ਜ਼ਮਾਨਾ ਕਿਤੇ ਚੰਗਾ ਹੈ। ਤੁਹਾਨੂੰ ਪਤਾ ਹੈ ਪੁਰਾਣੇ ਜ਼ਮਾਨੇ ਵਿੱਚ ਲੋਕ ਸ਼ਤਰੰਜ ਕਿਵੇਂ ਖੇਡਦੇ ਸਨ। ਬੁੱਢਾ ਕਹਿੰਦਾ, ਕਿਵੇਂ? ਬੰਦਿਆਂ ਦੀਆਂ ਗੋਟੀਆਂ ਦੀ ਥਾਂ ਤੇ ਸੱਚਮੁੱਚ ਦੇ ਬੰਦੇ ਹਾਥੀਆਂ ਦੀਆਂ ਗੋਟੀਆਂ ਦੀ ਥਾਂ ਤੇ ਹਾਥੀ ਦੇ ਘੋੜਿਆਂ ਦੀਆਂ ਗੋਟੀਆਂ ਦੀਆਂ ਥਾਂ ਤੇ ਘੋੜੇ ਦੇ ਊਠ ਦੇ ਥਾਂ ਤੇ ਅਸਲੀ ਊਠ ਖੜੇ ਕੀਤੇ ਜਾਂਦੇ ਸਨ। ਜਿਹੜੀ ਗੋਟੀ ਪਿੱਟ ਜਾਂਦੀ ਨਾਲ ਹੀ ਘੜੀਚੂ। ਫਿਰ ਉਹ ਆਪਣੇ ਹੱਥ ਦੀ ਹਥੇਲੀ ਨੂੰ ਤਲਵਾਰ ਵਰਗਾ ਰੂਪ ਦੇ ਕੇ ਆਪਣੇ ਗਲੇ ਦੇ ਸਾਹਮਣੇ ਖਿੱਚ ਦਿੰਦੀ, ਜਿਵੇਂ ਗਲ ਵੱਢੀ ਦਾ ਹੈ, ਤੇ ਮੂੰਹ ਤੋਂ ਅਜੀਬ ਕਰਾਰੀ ਜਿਹੀ ਆਵਾਜ਼ ਕੱਢਦੀ, ਜਿਹਦਾ ਮਤਲਬ ਬਣਦਾ ਸੀ ਕਿ ਗਲ ਵੱਢਿਆ ਗਿਆ। ਬੁੱਢੀ ਪੁੱਛਦੀ, ਨਾ ਜੀਂਦੇ ਬੰਦੇ ਤੇ ਹਾਥੀ ਘੋੜੇ? ਉਹ ਕਹਿੰਦੀ, ਹਾਂ ਸਾਰੇ ਹੀ ਜੀਂਦੇ। ਬੁੱਢੀ ਦੋਹਾਂ ਹੱਥਾਂ ਨਾਲ ਫੜ ਕੇ ਕੰਨਾਂ ਦੀਆਂ ਕਰੂੰਬਲਾਂ ਥੱਲੇ ਨੂੰ ਖਿੱਚਦੀ ਤੇ ਉੱਠ ਕੇ ਚਲੀ ਜਾਂਦੀ। ਜੈਨੀ ਏਦਾਂ ਹੀ ਕੰਨ ਫੜਦੇ ਹਨ। ਮੂੰਹ ਚੋਂ ਉਹ ਕੀ ਬੋਲਦੀ ਸੀ ਇਹ ਤਾਂ ਮੈਨੂੰ ਸਮਝ ਨਹੀਂ ਸੀ ਆਉਂਦੀ, ਪਰ ਇਹ ਸਪਸ਼ਟ ਸੀ ਕਿ ਉਹ ਕਹਿੰਦੀ ਹੋਵੇਗੀ ਬਹੁਤ ਜ਼ਾਲਮ ਸਨ। ਇਹ ਹਾਵ ਭਾਵ ਤਾਂ ਉਹਦੇ ਮੂੰਹ ਦਾ ਉੱਡਿਆ ਰੰਗ ਹੀ ਦੱਸ ਦਿੰਦਾ ਸੀ। ਥੋੜੇ ਚਿਰ ਬਾਅਦ ਉਹ ਫਿਰ ਮੁੜ ਆਉਂਦੀ ਤੇ ਕਹਿੰਦੀ, ਤੁਹਾਨੂੰ ਭੈਣ ਭਰਾ ਨੂੰ ਮੈਂ ਕਿੰਨੀ ਵਾਰ ਆਖਿਆ ਹੈ
ਇਹੋ ਜਿਹੀਆਂ ਗੱਲਾਂ ਮੈਨੂੰ ਨਾ ਦੱਸਿਆ ਕਰੋ। ਸਾਰੀ ਰਾਤ ਮੈਨੂੰ ਨੀਂਦ ਨਹੀਂ ਆਉਂਦੀ। ਇਹ ਮਨੋ ਸਥਿਤੀ ਸੀ ਇੱਕ ਜੈਨੀ ਪਰਿਵਾਰ ਦੀ। ਨੀਂਦ ਨਾ ਆਉਣ ਦਾ ਕਹਿਣਾ ਇਸ ਲਈ ਸੀ ਕਿਉਂਕਿ ਜੈਨੀ ਤਾਂ ਮਰੀ ਕੀੜੀ ਤੇ ਪੈਰ ਵੀ ਨਹੀਂ ਰੱਖਦੇ। ਇੱਥੇ ਹਾਥੀ ਘੋੜੇ ਤੇ ਬੰਦੇ ਮਾਰਨ ਦੀਆਂ ਗੱਲਾਂ ਸਨ। ਹਰੀਸ਼ ਦਾ ਬੁੱਢਾ ਤਾਇਆ ਵੀ ਗੱਲਬਾਤ ਸੁਣਦਾ ਸੁਣਦਾ ਜੋਸ਼ ਵਿੱਚ ਆ ਜਾਂਦਾ। ਕਿੱਥੇ ਪਹਿਲਾਂ ਉਹਦੇ ਕੋਲੋਂ ਚੱਜ ਨਾਲ ਆਪਣੇ ਆਪ ਪਾਸਾ ਵੀ ਨਹੀਂ ਸੀ ਪਰਤਿਆ ਜਾਂਦਾ ਤੇ ਪਾਸਾ ਪਰਤਾਉਣ ਵਿੱਚ ਵੀ ਮਦਦ ਕਰਨ ਲਈ ਆਵਾਜ਼ਾਂ ਮਾਰਦਾ ਸੀ। ਪਤਾ ਨਹੀਂ ਉਹਨੂੰ ਕਾਹਦਾ ਜੋਸ਼ ਆਉਂਦਾ ਸੀ। ਬਿਨਾਂ ਕਿਸੇ ਦੀ ਮਦਦ ਦੇ ਹੀ ਉੱਠ ਬਹਿੰਦਾ ਤੇ ਕਹਿੰਦਾ, ਅਰੇ ਪਤਾ ਜੇ ਉਦੋਂ ਲੋਕ ਘਰਾਂ ਨੂੰ ਤਾਲੇ ਨਹੀਂ ਸੀ ਲਾਉਂਦੇ। ਮਿੰਨੀ ਹੱਸ ਕੇ ਕਹਿੰਦੀ, ਲਓ ਵੱਡੇ ਪਾਪਾ ਵੀ ਆ ਗਏ ਜੇ ਮੈਦਾਨ ਵਿੱਚ। ਹਰੀਸ਼ ਦੇ ਡੈਡੀ ਕਹਿੰਦੇ, ਦੇ ਜਵਾਬ ਹੁਣ ਭਾਈ ਸਾਹਿਬ ਦੀ ਗੱਲ ਦਾ। ਹਰੀਸ਼ ਕਹਿੰਦਾ, ਵੱਡੇ ਪਾਪਾ ਤਾਲੇ ਵੀ ਤਾਂ ਹੀ ਲਾਈਦੇ ਆ ਜਾਂ ਜੇ ਤਾਲੇ ਵੀ ਤਾਂ ਹੀ ਲਾਈਦੇ ਆ ਜੇ ਘਰ ਵਿੱਚ ਕੁਝ ਚੋਰੀ ਕਰਨ ਯੋਗ ਹੋਵੇ। ਜੇ ਕੁਝ ਹੋਵੇ ਹੀ ਨਾ ਫਿਰ ਭਲਾ ਤਾਲੇ ਕਾਹਦੇ ਲਈ ਲਾਉਣੇ ਹਨ। ਲੋਕ ਉਦੋਂ ਡੰਗੋ ਡੰਗ ਹੁੰਦੇ ਸਨ। ਉਹਨਾਂ ਦਾ ਕਿਸੇ ਨੇ ਚੁੱਕ ਵੀ ਕੀ ਲੈਣਾ ਸੀ। ਜਿਹੜੇ ਉਹ ਘਰਾਂ ਨੂੰ ਤਾਲੇ ਲਾਉਂਦੇ ਵਿੱਚੋਂ ਹੀ ਮਿੰਨੀ ਬੋਲ ਪੈਂਦੀ, ਹੋ ਸਕਦਾ ਹੈ ਉਦੋਂ ਤਾਲਿਆਂ ਦੀ ਕਾਢ ਹੀ ਨਾ ਨਿਕਲੀ ਹੋਵੇ। ਹਰੀਸ਼ ਕਹਿੰਦਾ, ਹਾਂ ਇਹ ਵੀ ਹੋ ਸਕਦਾ ਹੈ। ਮਿੰਨੀ ਬੜੀ ਮੂੰਹ ਫੜ ਤੇ ਦਲੇਰ ਕੁੜੀ ਸੀ। ਭਾਵੇਂ ਉਹ ਜੈਨੀਆਂ ਦੇ ਘਰ ਜੰਮੀ ਪਲੀ ਸੀ ਪਰ ਗੱਲ ਜੱਟੀਆਂ ਵਾਂਗ ਕਰਦੀ। ਉਹਦਾ ਕੱਦ 5 ਫੁੱਟ 8 ਇੰਚ ਤੇ ਸਰੀਰ ਬਿਲਕੁਲ ਪਤਲਾ, ਲੱਕ ਮਸਾਂ ਇੱਕ ਗਿੱਠ ਦਾ ਹੋਵੇਗਾ। ਮੈਂ ਉਹਨੂੰ ਇੱਕ ਵਾਰ ਵੀ ਸਾੜੀ ਵਿੱਚ ਨਹੀਂ ਵੇਖਿਆ। ਬਾਹਰ ਤਾਂ ਉਹ ਸਲਵਾਰ ਕਮੀਜ਼ ਪਾਉਂਦੀ ਤੇ ਸਿਰ ਤੇ ਚੁੰਨੀ ਜ਼ਰੂਰ ਲੈਂਦੀ। ਅੱਗੋਂ ਪਿੱਛੋਂ ਵੀ ਜੇ ਕੋਈ ਵੱਡਾ ਬੈਠਾ ਹੁੰਦਾ ਤਾਂ ਉਹ ਫੱਡ ਚੁੰਨੀ ਸਿਰ ਤੇ ਲੈ ਲੈਂਦੀ। ਸਲਵਾਰ ਕਮੀਜ਼ ਤੇ ਦੁਪੱਟੇ ਵਿੱਚ ਉਹ ਬਿਲਕੁਲ ਜੈਨਣ ਨਹੀਂ ਸੀ ਲੱਗਦੀ। ਨਾ ਮੈਂ ਕਦੇ ਉਹਨੂੰ ਵਿਆਹ ਤੋਂ ਪਹਿਲਾਂ ਕੋਈ ਗਹਿਣਾ ਪਾਇਆ ਹੋਇਆ ਵੇਖਿਆ ਸੀ ਤੇ ਨਾ ਹੀ ਵਿਆਹ ਤੋਂ ਬਾਅਦ। ਪਰ ਉਸ ਤਰ੍ਹਾਂ ਉਸ ਕੋਲ ਗਹਿਣੇ ਬਹੁਤ ਸਨ। ਘਰ ਵਿੱਚ ਕਈ ਵਾਰ ਉਹ ਜੀਨ ਤੇ ਕਮੀਜ਼ ਵਗੈਰਾ ਵੀ ਪਾ ਲੈਂਦੀ ਪਰ ਇਹ ਕੱਪੜੇ ਪਾ ਕੇ ਕਦੇ ਬਾਹਰ ਨਹੀਂ ਸੀ ਜਾਂਦੀ। ਸਾੜੀ ਬਾਰੇ ਉਹ ਕਹਿੰਦੀ ਸੀ, ਇਹ ਉਦੋਂ ਦੀ ਪੁਸ਼ਾਕ ਹੈ ਜਦੋਂ ਭਾਰਤੀਆਂ ਨੂੰ ਕੱਪੜਾ ਸੀਣਾ ਨਹੀਂ ਸੀ ਆਉਂਦਾ। ਸਾੜੀ ਹੀ ਦੁਨੀਆ ਦੀ ਸਭ ਤੋਂ ਵੱਧ ਸੈਕਸੀ ਡਰੈਸ ਮੰਨੀ ਗਈ ਹੈ। ਪਰ ਇਹ ਗੱਲਾਂ ਉਹ ਵਿਆਹ ਤੋਂ ਬਾਅਦ ਹੀ ਕਰਦੀ ਸੀ। ਪਹਿਲੇ ਸਮੇਂ ਵਿੱਚ ਬੰਦੇ ਵੀ ਤੇੜ ਅਣਸੀਤੀ ਧੋਤੀ ਬੰਨ੍ਹਦੇ ਸਨ ਤੇ ਪਿੰਡਾ ਨੰਗਾ ਹੀ ਹੁੰਦਾ ਸੀ। ਅਮੀਰ ਲੋਕ ਨੰਗੇ ਪਿੰਡੇ ਦੇ ਗਹਿਣੇ ਪਾ ਲੈਂਦੇ ਸਨ। ਮਰਦਮਸ਼ੁਮਾਰੀ ਵਿੱਚ ਪੰਜਾਬੀ ਹਿੰਦੂਆਂ ਵੱਲੋਂ ਮਾਤ ਭਾਸ਼ਾ ਹਿੰਦੀ ਲਿਖਵਾਉਣ ਵਾਲਿਆਂ ਦਾ ਬਹੁਤ ਬੜਾ ਮਜ਼ਾਕ ਉਡਾਉਂਦੀ ਤੇ ਉਹਨਾਂ ਨੂੰ ਪਖੰਡੀ ਤੇ ਅਕਿਰਤਗਣ ਕਹਿਣ ਲੱਗੀ ਮਾਸਾ ਸੰਕੋਚ ਨਹੀਂ ਸੀ ਕਰਦੀ। ਲੱਗਦਾ ਸੀ ਜਿਵੇਂ ਉਹਦੇ ਆਪਣੇ ਪਰਿਵਾਰ ਨੇ ਵੀ ਪੰਜਾਬੀ ਦੀ ਥਾਂ ਹਿੰਦੀ ਹੀ ਮਾਤ ਭਾਸ਼ਾ ਲਿਖਵਾਈ ਹੋਵੇਗੀ। ਜੈਨੀਆਂ ਨੂੰ ਉਹ ਹਿੰਦੂ ਮੰਨ ਕੇ ਹੀ ਚੱਲਦੀ ਸੀ ਤੇ ਆਮ ਕਹਿੰਦੀ ਹੁੰਦੀ ਸੀ ਕਿ ਹਿੰਦੂ, ਜੈਨੀ, ਬੋਧੀ ਤੇ ਸਿੱਖਾਂ ਨੂੰ ਨਿਗਲ ਗਏ ਹਨ। ਪਰ ਮੇਰੇ ਸਾਹਮਣੇ ਸਿੱਖਾਂ ਨੂੰ ਨਿਗਲਣ ਵਾਲੀ ਗੱਲ ਨਹੀਂ ਸੀ ਕਰਦੀ ਤੇ ਸਿੱਖ ਸ਼ਬਦ ਤੋਂ ਬਗੈਰ ਹੀ ਬਾਕੀ ਦੀ ਗੱਲ ਕਰਦੀ ਸੀ। ਇੱਕ ਵਾਰ ਮੈਂ ਉਹਦੇ ਪਰਸ ਵਿੱਚ 1.25 ਬੋਰ ਦਾ ਪਿਸਟਲ ਵੇਖਿਆ ਸੀ ਜੋ ਇਟਲੀ ਮੇਕ ਦਾ ਸੀ। ਇਸੇ ਹੀ ਮੇਕ ਤੇ ਇਸੇ ਹੀ ਬੋਰ ਦੇ ਪਿਸਟਲ ਨਾਲ ਸ਼ਹੀਦ ਊਧਮ ਸਿੰਘ ਨੇ ਅਡਵਾਇਰ ਨੂੰ ਮਾਰਿਆ ਸੀ। ਇਹ ਪਿਸਟਲ ਸ਼ਾਇਦ ਦੁਨੀਆ ਦੇ ਸਭ ਤੋਂ ਛੋਟੇ ਪਿਸਟਲਾਂ ਵਿੱਚ ਗਿਣਿਆ ਜਾਂਦਾ ਹੈ। ਇੱਕ ਵਾਰ ਮੈਂ ਉਹਨੂੰ ਬੋਤਲਾਂ ਰੱਖ ਕੇ ਨਿਸ਼ਾਨੇ ਲਾਉਂਦਿਆਂ ਵੀ ਵੇਖਿਆ ਸੀ। ਉਹਦੀਆਂ ਇੱਕੋ ਜਿਹੀਆਂ ਗੱਲਾਂ ਕਰਕੇ ਹੀ ਉਹ ਮੈਨੂੰ ਜਾਂ ਉਹਦੀਆਂ ਇਹੋ ਜਿਹੀਆਂ ਗੱਲਾਂ ਕਰਕੇ ਹੀ ਉਹ ਮੈਨੂੰ ਕਈ ਵਾਰ ਝਾਂਸੀ ਦੀ ਰਾਣੀ ਲੱਗਦੀ ਸੀ। ਮੈਂ ਕਈ ਵਾਰ ਸੋਚਦਾ ਇਹ ਕੁੜੀ ਤਾਂ ਐਵੇਂ ਹੀ ਜੈਨੀਆਂ ਦੇ ਘਰ ਜੰਮ ਪਈ ਹੈ, ਇਹਨੂੰ ਤਾਂ ਸਿੱਖਾਂ ਦੇ ਘਰ ਜੰਮਣਾ ਚਾਹੀਦਾ ਸੀ। ਇੱਕ ਵਾਰ ਮੈਂ ਉਸ ਨੂੰ ਰੈੱਡ ਕਰਾਸ ਭਵਨ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਤੇ ਭਾਸ਼ਣ ਕਰਦਿਆਂ ਸੁਣਿਆ ਤਾਂ ਦੰਗ ਰਹਿ ਗਿਆ। ਸਾਰਾ ਹਾਲ ਇਸ ਤਰ੍ਹਾਂ ਚੁੱਪ ਸੀ ਜਿਵੇਂ ਬੇਹੋਸ਼ੀ ਤਾਰੀ ਹੋ ਗਈ ਹੋਵੇ। ਧਾਰਮਿਕ ਗ੍ਰੰਥ ਗੀਤਾ ਬਾਰੇ ਉਹ ਕਹਿੰਦੀ ਸੀ, ਗੀਤਾ ਅਰਜੁਨ ਅਤੇ ਕ੍ਰਿਸ਼ਨ ਦੀ ਵਿਚਕਾਰ ਹੋਈ ਗੱਲਬਾਤ ਹੈ। ਪਤਾ ਨਹੀਂ ਮੈਦਾਨੇ ਜੰਗ ਵਿੱਚ ਕੌਣ ਇੰਨੀ ਸ਼ਾਰਟ ਹੈਂਡ ਬਣਦਾ ਜਾਂ ਸ਼ਾਰਟ ਹੈਂਡ ਜਾਣਦਾ ਸੀ ਜਿਹਨੇ ਛੇਤੀ ਛੇਤੀ ਲਿਖ ਲਈ। ਮਹਾਭਾਰਤ ਯੁੱਧ ਵਿੱਚ ਸ਼ਾਸਤਰਾਂ ਅਨੁਸਾਰ 1 ਅਰਬ 15 ਕਰੋੜ ਬੰਦੇ ਮਰੇ ਦੱਸਿਆ ਗਿਆ ਹੈ।
ਪਰ ਇਹ ਗੱਲ ਉਹਦੇ ਮੰਨਣ ਵਿੱਚ ਨਹੀਂ ਸੀ ਆਉਂਦੀ ਤੇ ਇਹ ਅਤ ਕਥਨੀ ਨੂੰ ਉਹ ਨਿਰੀ ਗੱਪ ਮੰਨਦੀ ਸੀ, ਕਿਉਂਕਿ ਸਾਰੇ ਸੰਸਾਰ ਦੀ 2 ਅਰਬ ਆਬਾਦੀ ਦਾ ਹੁਣ ਹੈ। 1965 ਵਿੱਚ ਜਿਸ ਕ੍ਰਿਸ਼ਨ ਨੇ ਗੀਤਾ ਦਾ ਉਪਦੇਸ਼ ਦਿੱਤਾ, ਉਹਦੀ ਮੌਤ ਵੀ ਇੱਕ ਸ਼ਿਕਾਰੀ ਦੇ ਤੀਰ ਲੱਗਣ ਨਾਲ ਹੋਈ। ਕ੍ਰਿਸ਼ਨ ਦੇ ਮਰਨ ਤੋਂ ਬਾਅਦ ਦਵਾਰਕਾ ਵਿੱਚ ਉਹਦੇ ਅਨੁਯਾਈ ਸ਼ਰਾਬ ਪੀ ਪੀ ਕੇ ਲੜ ਮਰੇ ਤੇ ਸਮੁੰਦਰ ਦਾ ਪਾਣੀ ਲਾਲ ਹੋ ਗਿਆ। ਜਿਹੜੇ ਕ੍ਰਿਸ਼ਨ ਨੇ ਗੀਤਾ ਲਿਖਵਾਈ, ਉਹਨੇ ਆਪਣੇ ਚੇਲਿਆਂ ਨੂੰ ਇਹ ਨਾ ਦੱਸਿਆ ਕਿ ਆਪਸ ਵਿੱਚ ਨਹੀਂ ਲੜੀਦਾ। ਸੋ ਇਸ ਭਾਗ ਲਈ ਇਹਨਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।